ਪੰਜਵੇਂ ਪਾਤਸ਼ਾਹ ਮਹਾਰਾਜ ਦਾ ਪਹਿਲਾ ਸ਼ਬਦ, ਫਿਰ ਪਹਿਲੇ ਪਾਤਸ਼ਾਹ ਦੇ ਸ਼ਬਦ, ਹੁਣ ਸ਼ਬਦ ਹਜ਼ਾਰੇ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਉਚਾਰਨ ਕੀਤੇ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਨੇ 712 ਅੰਗ ਤੋਂ ਲੈ ਕੇ 715 ਅੰਗ ਦੇ ਕਰੀਬ 33 ਸਵਈਆਂ ਤੋਂ ਪਹਿਲਾਂ ਇਹ ਉਚਾਰਨ ਕੀਤੇ। ਸ਼ਬਦ ਹਜ਼ਾਰੇ, ਹਜ਼ਾਰ ਸ਼ਬਦ ਦਾ ਮਹਾਤਮ, ਔਰ ਇਹਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਸਿੱਖਿਆ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਸੋ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਤਾਂ ਮਹਾਰਾਜ ਨੇ ਲਿਖਣਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਸ਼ੁਰੂ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਆਰੰਭ ਹੋਇਆ। ਜਿੱਥੇ ਵੀ ਬਾਣੀ ਆਰੰਭ ਕਰਨੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਚਾਰ ਕਰਦਿਆਂ ਮੈਂ ਸ੍ਰੀ ਅਕਾਲ ਉਸਤਤ ਦੇ ਵਿੱਚ ਇੱਕ ਚੀਜ਼ ਪੜ੍ਹੀ, ਕਈ ਵਾਰ ਨਹੀਂ ਵੀ ਧਿਆਨ ਰਿਹਾ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਮੈਂ ਪ੍ਰਗਟ ਕਰਨ ਜਾ ਰਿਹਾ ਹਾਂ, ਇਹ ਨਹੀਂ ਕਿ ਪਹਿਲਾਂ ਕਿਸੇ ਬ੍ਰਹਮ ਗਿਆਨੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਕਹਿੰਦੇ ਪਹਿਲਾਂ ਵੀ ਬ੍ਰਹਮ ਗਿਆਨੀ ਹੋਏ ਦੁਨੀਆ 'ਚ, ਉਹਨਾਂ ਨੂੰ ਪਤਾ ਵੀ ਲੱਗ ਗਿਆ ਸਾਰੀਆਂ ਗੱਲਾਂ ਦਾ, ਪਰ ਉਹ ਬੋਲੇ ਨਹੀਂ ਕੁਛ। ਉਹ ਡਰਦੇ, ਚੁੱਪ ਰਹੇ ਕਿ ਦੁਨੀਆ 'ਚ ਵਿਵਾਦ ਨਾ ਹੋ ਜਾਵੇ, ਫਲਾਨਾ ਦੇਵਤਾ ਕੀ ਕਹੇਗਾ, ਫਲਾਨਾ ਦੇਵਤਾ। ਉਹ ਕਾਨ ਕਰੋੜ 'ਚ ਰਹੇ ਥੋੜ੍ਹਾ ਜਿਹਾ। ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਤਾਂ ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਬਿਲਕੁਲ ਸਹੀ ਗੱਲ ਕਹਾਂਗਾ, ਮੈਨੂੰ ਕਿਸੇ ਦਾ ਡਰ ਨਹੀਂ। ਤਾਂ ਅਕਾਲ ਉਸਤਤ ਦੇ ਵਿੱਚ ਮਹਾਰਾਜ ਨੇ ਬੜਾ ਕੁਝ ਲਿਖਿਆ। ਇੱਕ ਪ੍ਰਮਾਣ ਮੈਨੂੰ ਯਾਦ ਹੈ, ਕਦੇ ਵਾਹਿਗੁਰੂ ਨੇ ਮਿਹਰ ਕੀਤੀ ਜ਼ਿੰਦਗੀ 'ਚ ਆਪਾਂ ਆਮਣੇ ਸਾਹਮਣੇ ਇਹਦੀ ਵਿਚਾਰ ਕਰਾਂਗੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਨੂੰ ਤੁਸੀਂ ਕੀ ਸਮਝਦੇ ਹੋ? ਮਹਾਰਾਜ ਕਹਿੰਦੇ ਸੂਰਜ ਨੂੰ ਦੇਖ ਕੇ ਕੌਣ ਖਿੜਦਾ? ਕਮਲ ਦਾ ਫੁੱਲ। ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਦੀ ਤਾਂ ਕਿੰਨੀ ਉਪਮਾ, ਕਹਿੰਦੇ ਕਮਲ ਦਾ ਫੁੱਲ ਹੀ ਕਹਿਣਾ ਚਾਹੀਦਾ ਹੁਣ ਤਾਂ, ਬਸ ਇੰਨੀ ਕੀ ਗੱਲ ਹੀ ਉਹਦੇ 'ਚ। ਜਿਹੜਾ ਬੰਦਾ ਚੰਦਰਮਾ ਨੂੰ ਦੇਵਤਾ ਮੰਨ ਕੇ ਮੱਥਾ ਟੇਕਦਾ, ਚੰਦਰਮਾ ਨੂੰ ਦੇਖ ਕੇ ਕਵੀ ਖਿੜਦੀ ਰਾਤ ਨੂੰ ਚਿੱਟੇ ਰੰਗ ਦੀ ਨੀਲੋਫਰ, ਇਹਦਾ ਨਵਾਂ ਨਾਮ ਨੀਲੋਫਰ ਜਿਹੜਾ ਆਪ ਨੂੰ ਫੁੱਲ ਕਹਿੰਦੇ ਨੇ। ਸੋ ਕਹਿੰਦੇ ਉਸ ਫੁੱਲ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ। ਕਵੀਆਂ ਖਿੜਗੀਆਂ ਚਿੱਟੇ ਰੰਗ ਦੀਆਂ ਪਾਣੀ ਵਿੱਚ। ਕਹਿੰਦੇ ਚੰਦਰਮਾ ਨੂੰ ਦੇਖ ਕੇ ਜਿਹੜਾ ਬੰਦਾ ਖਿੜਦਾ ਹੈ, ਪੂਜਾ ਕਰਦਾ ਹੈ, ਉਹਦੀ ਕੀਮਤ ਕਿੰਨੀ ਕੁ? ਨੀਲੋਫਰ ਦੇ ਫੁੱਲ ਜਿੰਨੀ ਆ ਬਸ। ਇਸ ਤੋਂ ਵੱਧ ਬੁੱਕਤ ਨਹੀਂ ਹੈ ਉਹਦੀ ਕੋਈ। ਮਹਾਰਾਜ ਨੇ ਐਸੇ ਪ੍ਰਮਾਣ ਦਿੱਤੇ, ਉਹਨਾਂ ਪ੍ਰਮਾਣਾਂ ਨੂੰ ਜੇ ਆਪਾਂ ਖੁਦੇ ਪੜ੍ਹ ਲਈਏ ਤਾਂ ਚੰਗਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਸਵਾਹ ਨਾਲ ਬੰਦਾ ਤਰਦਾ ਹੋਵੇ ਤਾਂ ਗਧਾ ਸਵਾਹ ਵਿੱਚ ਹੀ ਲਿਟਦਾ। ਐਸੇ ਪ੍ਰਮਾਣ ਦੇ ਕੇ, ਕਿਤਨੇ ਹੀ ਪ੍ਰਮਾਣ ਦੇ ਕੇ ਫਿਰ ਇੱਕ ਆਪਣਾ ਵਿਚਾਰ ਦਿੰਦੇ ਨੇ ਪੌੜੀ ਦੇ ਅਖੀਰ ਦੇ ਵਿੱਚ। ਫਿਰ ਕਿੰਨੇ ਪ੍ਰਮਾਣ ਦੇ ਕੇ ਫਿਰ ਆਪਣਾ ਵਿਚਾਰ ਦਿੰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਵੀ ਆਪਾਂ ਨੂੰ ਇਹੀ ਉਪਦੇਸ਼ ਕੀਤਾ। ਰਾਮਕਲੀ ਪਾਤਸ਼ਾਹੀ 10ਵੀਂ, ਰਾਮਕਲੀ ਰਾਗ ਹੈ, ਪਾਤਸ਼ਾਹੀ 10ਵੀਂ। ਪਾਤਸ਼ਾਹੀ 10 ਨਹੀਂ ਬੋਲਣਾ, ਜਿੱਥੇ ਵੀ ਲਿਖਿਆ ਆਵੇ ਪਾਤਸ਼ਾਹੀ 10ਵੀਂ ਮਹੱਲਾ। ਸੋ ਮਹੱਲਾ ਵੀ ਤੇ ਪਾਤਸ਼ਾਹੀ ਵੀ ਅਰਥ ਇੱਕੋ ਹੀ ਹੈ ਦੋਵਾਂ ਦਾ, ਪਰ ਮਹਾਰਾਜ ਨੇ ਪਾਤਸ਼ਾਹੀ 10ਵੀਂ ਅੱਖਰ ਵਰਤਿਆ। ਮਹਾਰਾਜ ਫਰਮਾਉਂਦੇ ਨੇ ਬਚਨ, ਰਹਾਉ ਦੀਆਂ ਪੰਗਤੀਆਂ ਪਹਿਲੀਆਂ ਹੀ ਨੇ। ਰੇ ਮਨ ਐਸੋ ਕਰ ਸੰਨਿਆਸਾ, ਸੰਨਿਆਸ ਧਾਰਨ ਕਰਨ ਵਾਲੇ ਲੋਕ ਬਹੁਤ ਸਨ। ਪਹਿਲਾਂ ਤਾਂ ਇਹੀ ਹਾਲ ਸੀ ਲੋਕਾਂ ਦਾ, ਬਸ ਘਰਾਂ ਤੋਂ ਤੁਰ ਪੈਣਾ, ਸੰਨਿਆਸ ਧਾਰ ਲਿਆ। ਸਾਧੂਆਂ ਦੇ ਟੋਲਿਆਂ ਦੇ ਟੋਲੇ ਫਿਰਦੇ, ਪਰ ਉਹਨਾਂ ਨੇ ਨਾ ਤਾਂ ਕੁਛ ਆਪਣਾ ਸੁਧਾਰਿਆ ਨਾ ਦੁਨੀਆ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੇ ਨਾਲ ਨਾਰਾਜ਼ ਸਨ ਕਿ ਹਰੇਕ ਬੰਦਾ ਜਦ ਘਰੋਂ ਤੰਗ ਹੋਇਆ, ਚਲੋ ਮੈਂ ਚੱਲਿਆ ਸਾਧੂ ਬਣਨ। ਹਰੇਕ ਬੰਦਾ ਹੀ ਇਹ ਸਾਧੂ ਬਣ ਗਿਆ, ਜਾ ਕੇ ਜੰਗਲਾਂ 'ਚ ਬੈਠ ਗਿਆ, ਮੌਜਾਂ ਲੱਗੀਆਂ। ਨਿਆਣੇ ਘਰ ਰੋਂਦੇ ਨੇ, ਇਸਤਰੀ ਨੂੰ ਖਾਣ ਨੂੰ ਨਹੀਂ ਮਿਲਦਾ। ਇਹ ਦੁਨੀਆ 'ਚ ਇੱਕ ਬੜਾ ਭਾਰੀ ਗੁਨਾਹ ਹੋ ਰਿਹਾ ਸੀ।
बड़े जुगां तो यह बच्चों ते इस्त्रियां ते एक जुल्म हो रहा सी। पहला शादी करा ली, बाल बच्चे हो गए, फिर कमाइयां करनियां नहीं, नखट्टू हो के बह जाना, साधुओं नाल रल के जाके जंगलों 'च बह जाना, मंग तंग के खा लेना, हम साधु बाबा बन गए। महाराज 10वें पातशाह कहते रे मन ऐसो कर संन्यासा, ये मेरे मना यह जिहा संन्यास कर, तैनूं जंगल 'च संन्यासीआ जाण दी की लोड़ पै गई। बन से सदन सबै कर समझो, सदन तो भाव घर हुंदे ने, बन से एक घर ही जंगल वर्गे समझ लो। तो जद रात नूं दुनिया सौ जाती है 12 वजे तो लैके सवेरे 4-5 बजे तक जंगल ही हुंदा, उजाड़ पई है, सड़कां खाली पईयां हुंदियां ने, कोई आवाज़ नहीं आउंदी, सब लोग सुते पे ने, जंगल ही जंगल है एक प्रकार का। इस करके हुण तां जे लाइट चली जाए तो लगता वाकई जंगल 'च ही बैठे हैं। इस करके महाराज सच्चे पातशाह कहते बांसे सदन सब है कर समझो, इन्हां घरां नूं ही जंगल वर्गे समझ लो। तो घर विच भी तो बेल बूटे लाए हुए ने, पहला जंगल जाओगे घर बार छड्ड के, फिर उत्थे झोंपड़ी बनाओगे, किसी गुफा 'च रहोगे, फिर पता नहीं कितों मंग तंग के लियाओगे, फिर खाओगे, बाल बच्चे भुखे मरते हैं, फिर घरां विच सुरतियां घुमदियां रहिंदियां ने। घर दे विच रहिंदियां होइयां जंगल समझ के संसार नूं मन ही माहे उदासा, कहते मन दे अंदर ही बैरागवान हो जाओ। बाहरों देखण नूं जरूर काम तो करना ही पैंदा, उत्थे जाके भी तो करदे ही हो, उत्थे भी तो ऐं ड्यूटियां लगदियां जिवें घर 'च ड्यूटियां हुंदियां, डेरियां विच भी ऐं ड्यूटियां लगदियां, उत्थे किहड़ा काम घट हुंदा, उत्थे समझो घर नालों भी ज़्यादा काम हुंदा, बहुता ज़्यादा काम हुंदा। ते घर दे विच तां 4 भांडे हुंदे ने, उत्थे पता नहीं किन्ने 4000 भांडा मांजण वाला पिया हुंदा। घर दे विच तां बंदा कोई आराम कर लैंदा, उत्थे तां आराम भी नहीं है, सारी जिंदगी बंदे नूं आराम नहीं मिलदा। महाराज कहते फिर क्यों नहीं अपने घरे बह जांदे आराम नाल टेक के, मन दे अंदर उदासी विराग धारण करके, उहदे नाल ही चंगा विराग सब तो वड्डी चीज़ है। विश्राम दे के फरमाउंदे ने, कहते एडियां एडियां लंबियां जटां जो रखियां, देखण नूं बंदा जटां रखण वाला लगदा बहुत साधु महात्मा कोई हैगा, पर जे उहनूं आपां पुछीए क्यों बाबा जी काम क्रोध ने खिहड़ा छड्डता तुहाडा, पहला तो कहूगा कैसियां गल्लां करदा तूं, असीं एडे वड्डे साधु, हौली हौली गोडी गोडी हथ ला के बनाई, नहीं दसो तो सही ना बई काम ने कित्थे खिहड़ा छड्डिया। महाराज फिर हस पे, कहते एडियां जटां वधाउण दा की फायदा बाबा जी, जत की जटा, जिहड़ियां जटां ने असल विच बंदे दे अंदर वो है जत रखना, जत पहारा, धीरज सुनियार, आहरण मतभेद हथियार, जत दी जटा होनी चाहिए। जटां जिहड़ियां ने ये डुप्लीकेट समान, बोहड़ दा दुध लैके चो चो के बाटा भर लिया, नहा धो के चंगी तरह केसी, वो बोहड़ दा दुध फिर केसां नूं ला लिया सारिआं नूं, वो जुड़ गईयां, वो गोल गोल जटां बन गईयां। इस करके क्योंकि आपां देखिआ इत्थे भी बोहड़ सी, वो किन्नियां थल्ले तक तीड़ां जिहियां लमकदियां सी ਉਹਨੂੰ। ਹੁਣ ਉਹਦਾ ਬੋਹੜ ਦਾ ਦੁੱਧ ਹੁੰਦਾ ਹੀ ਹੈ ਜਾਂ ਜੇ ਇੱਥੇ ਲਾ ਤਾਂ ਚਿਪਕ ਜਾਂਦੀ ਚੀਜ਼ ਤੇ ਜਟਾਂ ਜਿਹੀਆਂ ਬਣ ਜਾਂਦੀਆਂ, ਗਿੱਟਿਆਂ ਤੱਕ ਲੰਬੀਆਂ ਜਟਾਂ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰਿਆ ਪਿਆ। ਮਹਾਰਾਜ ਕਹਿੰਦੇ ਇਹਦਾ ਕੀ ਫਾਇਦਾ ਹੈ, ਇਸ ਕਰਕੇ ਜਤ ਰੱਖੋ, ਇਹੀ ਜਟਾਂ ਨੇ। ਜੋ ਕੋ ਮੱਜਨ, ਜਿਹੜਾ ਮੱਜਨ ਹੁੰਦਾ ਪੁਰਬ ਦਾ ਵਿਸ਼ੇਸ਼ ਇਸ਼ਨਾਨ ਕਰਨਾ, ਸੂਰਜ ਗ੍ਰਹਿਣ ਦਾ ਇਸ਼ਨਾਨ, ਦੂਜਾ ਇਸ਼ਨਾਨ, ਤੀਜਾ ਇਸ਼ਨਾਨ, कुंभ का इशनान, अर्ध कुंभी इशनान, कत्ते की पूर्णमासी का इशनान है, कई इशनान मन्ने ने। महाराज 10वें पातशाह कहते जोग को मज्जन, जिहड़ा जोग जुड़ना ना परमेश्वर नाल, यही मज्जन है। नेम के नखन बढ़ाओ, हुण नौ वधा ले लम्मे लम्मे। असल विच ते ये लोकां नूं अपने वाल आकर्षित करन लई ऐसियां चीज़ां करदे ने, क्यों आपां सुते सिर सड़क ते तुर जा, अपने वाल किसे देखना नहीं। पटियाले का रहने वाला, पैंट कमीज पाई हुई है, कोई होना दफ्तर का बंदा, कोई दुकानदार होना,
पर जदों बाबा जी लंघे लम्मियां जटां वाले तां एकदम दुनिया का ध्यान उधर ਨੂੰ होया। लम्मियां जटां वाले तां कई देखे ने, पर फुट फुट 9 ਵਧਾਏ ਹੋਏ ਨੇ। ਉਹਨੂੰ ਦੇਖਣ ਲਈ ਸਾਰੇ ਇਕੱਠੇ ਹੋ ਜਾਂਦੇ, ਫਿਰ ਉਹ ਪ੍ਰੈਸ ਵਾਲੇ ਆ ਜਾਂਦੇ, ਫਿਰ ਉਹਦੀ ਫੋਟੋ ਆਉਂਦੀ ਅਖਬਾਰ 'ਚ, ਇੰਨੇ ਫੁੱਟ ਲੰਮੇ 9 ਬਾਬਾ ਜੀ ਪ੍ਰਗਟ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ 9 ਏਡੇ ਏਡੇ ਵਧਾਏ ਨੇ, ਕੋਈ ਨਿਤਨੇਮ ਵੀ ਕਰਦਾ ਕਿ ਨਹੀਂ, ਕਿ ਲੋਕਾਂ ਨੂੰ 9 ਦਿਖਾ ਦਿਖਾ ਕੇ ਬੱਲੇ ਬੱਲੇ ਖੱਟੀ ਜਾਣਾ। ਨੇਮ ਕੇ ਨਖਨ ਵਧਾਓ, ਨਿਤਨੇਮ ਦੇ 9 ਵਧਾਓ ਜੇ ਵਧਾਉਣੇ ਆ। ਜਿੱਥੇ 5 ਬਾਣੀਆਂ ਕਰਦੇ ਹੋ ਤੁਸੀਂ, ਇਹ ਤਾਂ ਆਪਾਂ ਨੂੰ ਵੀ ਵਿੱਚ ਕਹਿ ਰਹੇ ਨਾਲ, 5 ਬਾਣੀਆਂ ਦੀ ਜਗ੍ਹਾ ਤੇ ਉੱਥੇ 10 ਕਰ ਲਓ, ਫਿਰ ਤਾਂ ਮੰਨੀਆਂ 9 ਵਧਾ ਲੈ। 9 ਵਧਾਉਣ ਦਾ ਕੀ ਫਾਇਦਾ? 9 ਜੇ ਸਾਬਣ 'ਚ ਖੁੱਭ ਜੇ ਕਿਤੇ ਤਾਂ ਵਾਪਸ ਖਿੱਚੋ ਤਾਂ ਸਾਰਾ 9 ਸਾਬਣ 'ਚ ਹੀ ਰਹਿ ਜਾਂਦਾ। 9 ਵਧਾਉਣਾ ਡਾਕਟਰ ਮਨਾ ਕਰ ਦਿੰਦਾ, 9 ਨਹੀਂ ਵਧਾਈ ਦੇ ਵੀ ਇਹਦੇ ਨਾਲ ਮੈਲ ਫਸ ਜਾਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਅੰਦਰ ਜਦੋਂ ਕੋਈ ਅਜੀਬੋ ਗਰੀਬ ਜੀ ਹਸਤੀ ਸਾਹਮਣੇ ਆਉਂਦੀ ਤਾਂ ਲੋਕ ਭੱਜ ਭੱਜ ਕੇ ਦੇਖਣ ਜਾਂਦੇ ਨੇ, ਪਰ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਜਤ ਰੱਖੋ, ਯੋਗ ਦੀ ਕਮਾਈ ਭਾਵ ਜੁੜਨਾ ਪਰਮੇਸ਼ਰ ਨਾਲ, ਤੇ ਨੇਮ ਦੇ 9 ਵਧਾਉਣੇ ਆਪਣੇ। ਗਿਆਨ ਗੁਰੂ, ਜਿਹੜਾ ਆਪਣਾ ਗੁਰੂ ਹੈ ਵੱਡਾ, ਉਹ ਕੌਣ ਹੈ? ਗਿਆਨ। ਤੇ ਗਿਆਨ ਗੁਰੂ ਤੇ ਗੁਰੂ ਗਿਆਨ ਦੋਨੋਂ ਇੱਕੋ ਹੀ ਰੂਪ ਨੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤਾਂ ਮਹਾਰਾਜ ਕਹਿੰਦੇ ਗਿਆਨ ਗੁਰੂ, ਜਿਹੜਾ ਗਿਆਨ ਹੈ ਇਸੇ ਨੂੰ ਹੀ ਗੁਰੂ ਬਣਾਓ। ਆਤਮ ਉਪਦੇਸੋ, ਇਹਦੇ ਨਾਲ ਆਪਣੇ ਆਤਮ ਮਨ ਨੂੰ ਉਪਦੇਸ਼ ਕਰੋ। ਇਕੱਲੇ ਬਹਿ ਜਾਓ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋ, ਗਿਆਨ ਹੀ ਗਿਆਨ ਹੈ। ਜਪਜੀ ਸਾਹਿਬ ਵਿੱਚ ਗਿਆਨ ਹੀ ਗਿਆਨ ਹੈ। ਇਹ ਗਿਆਨ ਹੀ ਜਿਹੜਾ ਸਾਡਾ ਗੁਰੂ ਹੈ। ਇਹ ਕਥਾ, ਇਹ ਸ਼ਬਦ ਦੀ ਕਥਾ, ਇਹ ਸ਼ਬਦ ਦੀ ਵਿਚਾਰ, ਇਹ ਗਿਆਨ ਹੈ। ਇਹੀ ਸਾਡਾ ਗੁਰੂ ਹੈ। ਇਸੇ ਨਾਲ ਆਪਣੇ ਮਨ ਨੂੰ ਉਪਦੇਸ਼ੋ, ਸਮਝਾਓ। ਮਨ ਨੂੰ ਸਮਝਾਉਣਾ ਹੀ ਉਪਦੇਸ਼ ਦੇਣਾ ਹੈ। ਤੇ ਪਿੰਡੇ ਦੇ ਉੱਤੇ ਲੋਕ ਸਵਾਹ ਮਲਦੇ, ਗੋਹਾ ਇਕੱਠਾ ਕਰਕੇ ਬਾਲ ਕੇ, ਜਦੋਂ ਬਿਲਕੁਲ ਠੰਡਾ ਹੋ ਗਿਆ ਕੱਪੜ ਛਾਣ ਕਰਕੇ ਬਟੂਆ ਭਰ ਲੈਂਦੇ ਨੇ ਕੱਪੜੇ ਦਾ। ਨਹਾਉਂਦੇ ਵੀ ਨੇ ਮਾੜਾ ਮੋਟਾ ਕਿਤੇ, ਫਿਰ ਪਿੰਡੇ ਤੇ ਸਵਾਹ ਮਲ ਲੈਂਦੇ ਨੇ। ਜੇ ਪੁੱਛੋ ਬਾਬਾ ਜੀ ਇਹ ਸਵਾਹ ਮਲੀ ਹੈ, ਉਹ ਕਹਿੰਦਾ ਹਮ ਤੋਂ ਜਿੰਦਾ ਹੀ ਮੁਰਦਾ ਹੈ, ਮਰੇ ਹੋਏ ਪਹਿਲਾਂ ਹੀ। ਲੋਕਾਂ ਨੂੰ ਇਸ ਢੰਗ ਨਾਲ ਆਪਣੇ ਵੱਲ ਖਿੱਚਣਾ ਕਿ ਲੋਕ ਵੀ ਬੜੇ ਪ੍ਰਭਾਵਿਤ ਹੋ ਜਾਣ ਵੀ ਸਵਾਹ ਜਿਉਂਦੇ ਨਹੀਂ ਮਲੀ ਹੋਈ ਆ। ਇਹ ਤਾਂ ਬੜੇ ਪਹੁੰਚੇ ਮਹਾਂਪੁਰਸ਼ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਤਾਂ ਸਾਫ਼ ਕਹਿਣਾ ਨਾਮ ਵਿਭੂਤ ਲਗਾਓ। ਕਹਿੰਦੇ ਜੇ ਵਿਭੂਤੀ ਪਿੰਡੇ ਨੂੰ ਮਲਣੀ ਆ, ਉਹ ਹੈ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ। ਸੋ ਮਹਾਰਾਜ ਕਹਿੰਦੇ ਪਿੰਡੇ ਨੂੰ ਵਿਭੂਤੀ ਲਾਉਣੀ, ਰੋਮ ਨੂੰ ਸਿਮਰਨ ਦੀ ਵਿਭੂਤੀ ਲਾਓ। ਹਰੇਕ ਰੋਮ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ, ਇਹ ਤਾਂ ਹੈ ਵਿਭੂਤੀ। ਰੋਜ਼ ਸੁਆਹ ਮਲ ਲਈ, ਰੋਜ਼ ਨਹਾ ਲਏ। ਸੁਆਹ ਮਲਣ ਦੇ ਨਾਲ ਜੇ ਭਲਾ ਹੋਵੇ ਤਾਂ ਫਿਰ ਖੋਤੇ ਸਾਰਿਆਂ ਨਾਲੋਂ ਪਹਿਲਾਂ ਤਰਨੇ ਚਾਹੀਦੇ, ਫਿਰ ਉਹ ਰੋਜ਼ ਸੁਆਹ 'ਚ ਲਿਟਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੱਥੇ ਤਾਂ ਮਿਲ ਗਿਆ ਫਿਰ ਰੱਜ ਰੱਜ ਕੇ ਖਾਣਾ, ਖਾ ਖਾ ਕੇ ਸੌਂ ਜਾਣਾ, ਸੌਂ ਕੇ ਵਿਸ਼ੇ ਵਿਕਾਰ ਪੈਦਾ ਹੋਣੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਭਾਈ ਤੁਸੀਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਰਮ ਕਰੋ, ਅਲਪ ਆਹਾਰ, ਆਹਾਰ ਜਿਹੜਾ ਅਲਪ ਥੋੜਾ ਜਿਹਾ, ਭੁੱਖ ਰੱਖ ਕੇ ਖਾਣਾ, ਜ਼ਿਆਦਾ ਨਾ ਖਾਣਾ, ਅਲਪ ਆਹਾਰ ਕਰਕੇ। ਫਿਰ ਸੁਲਪ ਸੀ ਨਿੰਦਰਾ। ਅਲਪ ਤੇ ਸੁਲਪ ਦਾ ਇੱਕੋ ਹੀ ਮਤਲਬ ਹੈ। ਸੁਲਪ ਹੁੰਦੀ ਥੋੜੀ ਜਿਹੀ ਨੀਂਦ ਲਓ। ਹਿਸਾਬ ਕਿਤਾਬ ਦੀ ਨੀਂਦ ਠੀਕ ਹੈ, 12-12 ਘੰਟੇ ਸੌਣਾ, ਉੱਠਣਾ ਹੀ ਨਹੀਂ, ਬਸ ਇੱਕੋ ਹੀ ਗੱਲ ਕਹਿਣੀ ਮੈਂ ਰਾਤ ਨਾ 12 ਵਜੇ ਸੁੱਤਾ, ਫਿਰ 10 ਵਜੇ ਉੱਠਣਾ ਜਾ ਕੇ, ਕੱਲ ਮੈਂ ਰਾਤ ਲੇਟ ਸੁੱਤਾ। ਨੀਂਦ ਇੰਨੀ ਕੁ ਹੈ। ਚਲੋ ਬੱਚਿਆਂ ਦੀ ਨੀਂਦ ਤਾਂ ਜ਼ਿਆਦਾ ਹੁੰਦੀ, ਜਦੋਂ ਉਮਰ ਵੱਡੀ ਹੋ ਜਾਏ ਥੋੜੀ ਜਿਹੀ ਠੀਕ ਢੰਗ ਨਾਲ ਤਾਂ 12 ਵਜੇ ਸੌਂ ਕੇ, ਬਹੁਤੇ ਜ਼ਿਆਦਾ 2 ਘੰਟੇ ਬੰਦਾ ਸੌਂ ਲੈਂਦਾ, ਬਸ 2-3 ਵਜੇ ਤਾਂ
ਨੀਂਦ ਪੂਰੀ ਹੋ ਜਾਂਦੀ, ਵੱਧ ਤੋਂ ਵੱਧ 4 ਵਜੇ ਤੱਕ ਨੀਂਦ ਪੂਰੀ ਹੋ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਜੋਗੀ ਨੂੰ ਕੋਈ ਉਠਾਉਣ ਵਾਲਾ ਨਹੀਂ, ਕੋਈ ਕਹਿਣ ਵਾਲਾ ਨਹੀਂ, ਜਿਉਂ ਰੱਜ ਕੇ ਸੁੱਤੇ। ਅੱਜ ਫਲਾਣੇ ਥਾਂ ਨਿਆਉਂਦਾ ਸੀ, ਉੱਥੇ ਰੋਟੀ ਚੰਗੀ ਸੀ, ਉੱਥੇ ਮਾੜੀ ਸੀ, ਫਲਾਣੇ ਨੇ ਚੰਗੀ ਨਹੀਂ ਖਵਾਈ, ਇਹੀ ਦੇਖਦੇ ਰਹਿੰਦੇ ਨੇ। ਚੰਗੀਆਂ ਖੀਰਾਂ ਖਾ ਕੇ ਸਤਿਗੁਰੂ ਕਹਿੰਦੇ ਸੁੱਤੇ ਰਹਿੰਦੇ ਹੋ। ਨੀਂਦ ਜਿਹੜੀ ਆ ਉਹ ਘਟਾਓ ਆਪਣੀ। ਫਿਰ ਦਇਆ, ਛਿਮਾ, ਤਨ, ਪ੍ਰੀਤ। ਤਨ ਦਾ ਅਰਥ ਹੈ ਨਾਲ, ਦਇਆ ਅਤੇ ਛਿਮਾ ਦੇ ਨਾਲ ਪ੍ਰੀਤੀ ਕਰੋ। ਦਇਆ ਰੱਖਿਆ ਕਰੋ ਮਨ 'ਚ। ਦਇਆ ਤੁਹਾਡੇ ਮਨ 'ਚ ਹੈ ਨਹੀਂ, ਇਸ ਕਰਕੇ ਜਦੋਂ ਬੰਦਾ ਦਇਆ ਦਾ ਕੰਮ ਕਰੇ ਤਾਂ ਉਹਨੂੰ ਭਗਤ ਕਿਹਾ ਜਾਂਦਾ ਹੈ। ਜਦੋਂ ਬੰਦੇ ਦੇ ਅੰਦਰ ਦਇਆ ਹੀ ਨਹੀਂ ਹੈ ਤਾਂ ਫਿਰ ਉਹ ਕਾਹਦੀ ਭਗਤੀ ਕਰੇਗਾ। ਇਸ ਕਰਕੇ ਦਇਆ ਸਾਰਿਆਂ ਦਾ ਮੁੱਢ ਹੈ। ਫਿਰ ਛਿਮਾ ਕਰਨੀ, ਕਿਸੇ ਤੋਂ ਗਲਤੀ ਹੋ ਗਈ, ਸ਼ਰਾਪ ਦੇ ਕੇ ਤਾਂ ਜਿਹਨੂੰ ਮਰਜ਼ੀ ਸਾੜ ਦਿਓ। ਗਲਤੀ ਹੋ ਗਈ ਇਹਨੂੰ ਸ਼ਰਾਪ ਦੇ ਦਿੰਦੇ ਸੀ ਪਹਿਲੇ ਲੋਕ। ਮਹਾਰਾਜ ਕਹਿੰਦੇ ਛਿਮਾ, ਛਿਮਾ ਕਰੋ, ਮਾਫ ਕਰੋ। ਮਾਫ ਕਰਨਾ ਵੱਡਾ ਗੁਣ ਹੈ। ਗਿਆਨ ਛਿਮਾ ਤੈ ਆਪ। ਜਿੱਥੇ ਛਿਮਾ ਹੈ ਉੱਥੇ ਵਾਹਿਗੁਰੂ ਆਪ ਹੈ। ਜਿੱਥੇ ਦਇਆ ਹੈ ਉੱਥੇ ਵਾਹਿਗੁਰੂ ਆਪ ਹੈ। ਜਿੱਥੇ ਸੰਤੋਖ ਹੈ ਉੱਥੇ ਵਾਹਿਗੁਰੂ ਆਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚੰਗੀਆਂ ਚੀਜ਼ਾਂ ਨਾਲ ਆਪਣਾ ਪ੍ਰੇਮ ਕਰੋ, ਦਇਆ ਦੇ ਨਾਲ ਤੇ ਛਿਮਾ ਦੇ ਨਾਲ। ਮਾਫ ਕਰ ਦਿਓ, ਛੱਡ ਦਿਓ ਇਹਨੂੰ, ਕੋਈ ਗੱਲ ਨਹੀਂ। ਕਿਉਂਕਿ ਆਪਾਂ ਵੀ ਗਲਤੀਆਂ ਆਣੀਆਂ, ਆਪਣੇ ਤੋਂ ਗਲਤੀਆਂ ਹੋ ਹੀ ਜਾਂਦੀਆਂ, ਕਦੇ ਦੂਜੇ ਤੋਂ ਵੀ ਹੋ ਜਾਂਦੀਆਂ। ਜੇ ਤਾਂ ਆਪ ਗਲਤੀ ਕਰ ਲਈ ਫਿਰ ਤਾਂ ਕਹਿਣਾ ਇਹ ਕੋਈ ਨਹੀਂ, ਕੋਈ ਖਾਸ ਗੱਲ ਨਹੀਂ ਹੋਈ। ਜੇ ਦੂਜਾ ਗਲਤੀ ਕਰ ਲੇ ਫਿਰ ਉਹਨੂੰ ਮਾਰ ਮਾਰ ਕੇ ਅੱਧ ਮੋਇਆ ਕਰ ਦੇਣਾ ਵੀ ਬੜੀ ਗਲਤੀ ਕੀਤੀ ਵੱਡੀ। ਮਹਾਰਾਜ ਕਹਿੰਦੇ ਐਸਾ ਨਾ ਕਰੋ, ਮਾਫ ਕਰ ਦਿਆ ਕਰੋ ਦੂਜਿਆਂ ਨੂੰ। ਇਹ ਮਹਾਂਪੁਰਸ਼ਾਂ ਦੀਆਂ ਨਿਸ਼ਾਨੀਆਂ, ਗੁਰਸਿੱਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਸੀਲ, ਸੰਤੋਖ, ਸਦਾ ਨਿਰਵਾਹਿਬੋ। ਫਿਰ ਸੀਲ ਸੁਭਾਵ ਹੋਣਾ, ਇਸਤਰੀ ਦਾ ਪਤੀ ਵਰਤਾ ਹੋਣਾ। ਤੇ ਉਹਨੂੰ ਇਹ ਸੀਲ ਹੈ। ਸੀਲ ਦੇ 5 ਅਰਥ ਨੇ। ਇਸਤਰੀ ਲਈ ਤਾਂ ਸੀਲ ਸੁਭਾਅ ਪਤੀ ਵਰਤਾ ਹੋਣਾ, ਤੇ ਬੰਦੇ ਲਈ ਸੀਲ ਸੁਭਾਅ ਜਿਹੜਾ ਸ਼ਾਂਤਮਈ ਰਹਿਣਾ। ਕਿਸੇ ਨੇ ਕੋਈ ਕੰਮ ਕੀਤਾ ਉਹਦਾ ਧੰਨਵਾਦੀ ਹੋਣਾ, ਇਹ ਵੀ ਲਿਖਿਆ ਸੀਲ ਸੁਭਾਅ ਦੇ ਵਿੱਚ। ਸੀਲ ਸੁਭਾਅ, ਠੰਡਾ ਸੁਭਾਅ, ਬੜਾ ਸੀਲ ਹੈ ਬੰਦਾ, ਹੈ ਕੁਛ ਨਹੀਂ ਕਹਿੰਦਾ, ਕੋਈ ਗੱਲ ਨਹੀਂ, ਮਾਫ ਕਰ ਦੇਣ ਵਾਲਾ। ਫਿਰ ਮਹਾਰਾਜ ਕਹਿੰਦੇ ਸੀਲ, ਸੰਤੋਖ, ਸਦਾ ਨਿਰਵਾਹਿਬੋ। ਇਸ ਗੁਣ ਦੇ ਵਿੱਚ ਨਿਭਣਾ ਕਰੋ, ਹਮੇਸ਼ਾ ਸੰਤੋਖ ਰੱਖੋ। ਸੀਲ ਸੁਭਾਅ ਹਵੈਬੋ ਤ੍ਰਿਗੁਣ ਅਤੀਤ। ਤਿੰਨਾਂ ਗੁਣਾਂ ਤੋਂ ਪਰੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਪਰੇ ਹੋ ਕੇ ਚੌਥੇ ਪਦ ਵਿੱਚ ਵਰਤੋ। ਇਹ ਕਿਉਂਕਿ ਤਿੰਨੇ ਗੁਣ ਹੀ ਖਰਾਬ ਕਰਦੇ ਨੇ। ਦੇਖਣ ਤੋਂ ਭਾਵੇਂ ਚੰਗੇ ਨੇ, ਸਤੋ ਗੁਣ ਚੰਗਾ, ਪਰ ਸਤੋ ਗੁਣ ਤੋਂ ਅੱਗੇ ਵੀ ਜਾਣਾ। ਇਕੱਲਾ ਸਤੋ ਗੁਣ ਵਿੱਚ ਹੀ ਨਹੀਂ ਖੜ ਜਾਣਾ। ਤਮੋ ਤੇ ਰਜੋ ਗੁਣ ਤੋਂ ਤਾਂ ਆਪਾਂ ਪਾਸੇ ਹੀ ਰਹਿਣਾ। ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ ਨਾ ਮਨ ਸਿਉ ਲਿਆਵੈ। ਇਹ ਮਨ ਦੇ ਵਿੱਚ ਨਹੀਂ ਲਿਆਉਣੇ, ਕਿਉਂਕਿ ਜਦੋਂ ਇਹ ਮਨ ਦੇ ਵਿੱਚ ਆਉਣ ਲੱਗ ਜਾਣ ਤਾਂ ਉਦੋਂ ਇਹ ਪਰੇਸ਼ਾਨ ਕਰਨ ਲੱਗ ਜਾਂਦੇ ਨੇ। ਮਹਾਰਾਜ ਕਹਿੰਦੇ ਜੋਗੀ ਬਣਨਾ, ਗੁਰਸਿੱਖ ਬਣਨਾ, ਸਿੰਘ ਬਣਨਾ, ਮਹਾਂਪੁਰਸ਼ ਬਣਨਾ, ਉਹਨਾਂ ਦੇ ਲੱਛਣ ਦੱਸ ਰਹੇ ਨੇ। ਸ਼ੁਭ ਗੁਣ ਕਿਵੇਂ ਧਾਰਨ ਕਰਨੇ ਨੇ। ਮਹਾਰਾਜ ਕਹਿੰਦੇ ਕਾਮੀ ਨਾ ਹੋਵੋ, ਕ੍ਰੋਧੀ ਨਾ ਹੋਵੋ, ਹੰਕਾਰੀ ਨਾ ਹੋਵੋ, ਲੋਭੀ ਨਾ ਹੋਵੋ, ਹਠ ਨਹੀਂ ਕਰਨਾ। ਹੁਣ ਹਠ 2 ਪ੍ਰਕਾਰ ਦਾ। ਇੱਕ ਹਠ ਉਹ ਰੱਬ ਨੂੰ ਮਿਲਣਾ, ਇਹ ਕਹਿਣਾ ਮੈਂ ਇੱਕ ਲੱਤ ਦੇ ਭਾਰ ਖੜਾ, ਰੱਬ ਮੈਨੂੰ ਮਿਲ। ਇਹ ਗਲਤ ਕਿਸਮ ਦਾ ਹਠ ਹੋ ਗਿਆ। ਜਾਂ ਮੈਂ ਪਾਣੀ ਵਿੱਚ ਖੜ ਗਿਆ 12 ਸਾਲ, ਮੈਂ ਪਰਮਾਤਮਾ ਨੂੰ ਮਿਲਣਾ, ਜਿੱਦ ਕਰ ਲੈਣੀ ਪਰਮਾਤਮਾ ਨੂੰ ਮਿਲਣ ਲਈ। ਇਹ ਜਿਹੜੀ ਇੱਕ ਹਠ ਜਿੱਦ ਦੀ ਢੰਗ ਦਾ ਹੈ, ਇਹ ਨਹੀਂ ਧਾਰਨ ਕਰਨਾ। ਮਹਾਰਾਜ ਕਹਿੰਦੇ ਜਿੱਦ ਨਹੀਂ ਕਰਨੀ। ਇੱਕ ਹਠ ਹੁੰਦਾ, ਇੱਕ ਪਾਸੇ ਆਪਾਂ ਕਹਿੰਦੇ ਹਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਉਹ ਹਠੀ ਜਪੀ ਤਪੀ ਕਿਹੜੇ ਨੇ ਤੇ ਇਹ ਹਠੀ ਕਿਹੜੇ ਨੇ? ਇਹ ਜਿੱਦੀ ਕਿਸਮ ਦਾ ਹਠ ਹੈ। ਇੱਕ ਹਠ ਹੁੰਦਾ ਕਿ ਚਲੋ 5 ਪਾਠ ਸੁਖਮਨੀ ਸਾਹਿਬ ਦੇ ਕਰ ਲਿਆ, 6ਵਾਂ ਕਰਕੇ ਹੀ ਉੱਠੂੰਗਾ, ਇਹ ਤਾਂ ਕੋਈ ਮਾੜਾ ਨਹੀਂ ਹੈ। ਇੱਕ ਉਹ ਵੀ ਜਿੱਦ ਹੈ ਵੀ ਮੈਂ ਰੋਟੀ ਨਹੀਂ ਖਾਣੀ, ਮੈਂ ਆਹ ਚੀਜ਼ ਨਹੀਂ ਕਰਨੀ। ਉਹ ਜਿਹੜੇ ਪੁਰਾਣੇ ਲੋਕ ਕਰਦੇ ਸੀ, ਜਿਨ੍ਹਾਂ ਨੇ ਹਠ ਕੀਤੇ ਨੇ, ਹਠ ਨਾਲ ਸਰੀਰ ਸੁਕਾ ਲਏ, ਬਿਮਾਰੀਆਂ ਲਾ ਲਈਆਂ,
ਉਹਨਾਂ ਲਈ ਸਤਿਗੁਰੂ ਕਹਿੰਦੇ। ਜਾਂ ਕਈ ਹੱਠ ਕਰਦੇ ਨੇ ਗਲਤ ਕਿਸਮ ਦਾ। ਅੱਜ ਤੋਂ 40-50 ਸਾਲ ਪਹਿਲਾਂ ਇੱਕ ਸਿੰਘ ਹਰਨੇਕ ਸਿੰਘ ਉਹਦਾ ਨਾਮ ਸੀ, ਲੁਧਿਆਣਾ ਜ਼ਿਲ੍ਹੇ 'ਚ ਖੰਡੂਰ ਪਿੰਡ ਪੈਂਦਾ, ਉੱਥੋਂ ਦਾ ਰਹਿਣ ਵਾਲਾ ਸੀ। ਬੜਾ ਭਜਨੀਕ ਸੀ, ਪਾਠ ਤਾਂ ਬੜਾ ਕਰਦਾ ਸੀ। ਪਾਠ 101 ਜਪਜੀ ਸਾਹਿਬ ਦਾ ਰੋਜ਼ ਕਰਨਾ। ਹੁਣ ਉਹਦੇ ਅੰਦਰ ਹੱਠ ਗਲਤ ਕਿਸਮ ਦਾ ਆ ਗਿਆ। ਗਲਤ ਹੱਠ ਇਹ ਆ ਗਿਆ, ਕਹਿੰਦਾ ਮੈਂ 40 ਦਿਨ 101 ਜਪਜੀ ਸਾਹਿਬ ਕਰੂੰ, ਜੇ ਮੈਨੂੰ 40ਵੇਂ ਦਿਨ ਮਹਾਰਾਜ ਨੇ ਨਾ ਦਰਸ਼ਨ ਦਿੱਤੇ ਫਿਰ ਮੈਂ ਗੋਲੀ ਮਾਰ ਕੇ ਮਰ ਜਾਊਂਗਾ। ਇਹ ਉਹਨਾਂ ਦਾ ਗਲਤ ਹੱਠ ਸੀ। ਬੜਾ ਸਮਝਾਇਆ, ਬਹੁਤਿਆਂ ਨੇ ਸਮਝਾਇਆ, ਮੰਨਿਆ ਨਾ। 40ਵੇਂ ਦਿਨ ਗੋਲੀ ਮਾਰ ਕੇ ਮਰ ਗਿਆ ਆਪੇ ਹੀ। ਇਹ ਜਿਹੜਾ ਹੱਠ ਹੈ ਨਾ, ਇਹ ਮਾੜਾ ਹੈ। ਮਹਾਰਾਜ ਨਾਲ ਆਪਾਂ ਕੋਈ ਹੁਕਮ ਥੋੜੀ ਕਰਨਾ, ਮਹਾਰਾਜ ਨਾਲ ਤਾਂ ਬੇਨਤੀਆਂ ਨੇ। ਪਾਵੋਂ ਦਾਨ ਢੀਠ ਹੋਏ ਮੰਗੋ, ਕੋਈ ਨਹੀਂ ਮੰਗਤਾ ਮੈਂ ਕੱਲ ਨੂੰ ਆ ਜਾਊਂਗਾ। ਮੈਂ ਕਿਹੜਾ ਕਿਤੇ ਹੋਰ ਮੰਗਤੇ ਨੇ, ਕਿਹੜਾ ਕਿਤੇ ਦਫ਼ਤਰ ਜਾਣਾ ਹੁੰਦਾ, ਤਾਈਆਂ ਤੋਂ ਢੀਠ ਬਣ ਕੇ ਉੱਥੇ ਹੀ ਖੜਾ। ਮੈਂ ਆਪਾਂ ਕਹਿੰਦੇ ਬਾਬਾ ਜਾ ਖਹਿੜਾ ਛੱਡ, ਉਹ ਕਹਿੰਦਾ ਮੈਂ ਜਾਨਾ, ਮੈਂ ਦੇ ਤਾਂ ਦੇ ਕੁਛ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੰਗਤਾ ਜੇ ਅੜ ਕੇ ਖੜ ਜੇ ਕੁਛ ਲੈ ਕੇ ਹੀ ਜਾਂਦਾ, ਤੁਸੀਂ ਵੀ ਅੜ ਕੇ ਖੜ ਜਾਓ। ਮਾਈ ਸੁਲੱਖਣੀ ਨਹੀਂ ਮੰਗ ਕੇ ਲੈ ਗਈ 7 ਪੁੱਤ। ਮਹਾਰਾਜ ਕਹਿੰਦੇ ਮੇਰੇ ਕੋਲੋਂ ਤਰੀਕੇ ਨਾਲ ਮੰਗ ਲਓ, ਪਰ ਜੇ ਤੁਸੀਂ ਕਹੋ ਵੀ ਹੱਠ ਨਾਲ ਲੈਣਾ ਕੁਛ, ਹੱਠ ਨਹੀਂ ਕਰਨਾ। ਹਾਂ ਉਹ ਹੱਠ ਠੀਕ ਹੈ ਕਿ ਬੈਠ ਕੇ ਸਿਮਰਨ ਕਰਨਾ 5 ਘੰਟੇ, ਚੱਲ ਘੰਟਾ ਹੋਰ ਬੈਠ ਹੀ ਜਾਵਾਂ, ਇਹ ਤਾਂ ਹੱਠ ਚੰਗਾ। ਪਰ ਜੇ ਆਖੋਂ ਹੋਰ ਪ੍ਰਕਾਰ ਦੀ ਜਿੱਦ ਕਰਨੀ, ਹੱਠ ਕਰਨਾ, ਉਹ ਹੱਠ ਮਾੜੇ ਨੇ। ਹੱਠ ਵੀ 2 ਤਰ੍ਹਾਂ ਦਾ, ਹੰਕਾਰ ਵੀ 2 ਤਰ੍ਹਾਂ ਦਾ, ਕਾਮ ਵੀ 2 ਤਰ੍ਹਾਂ ਦਾ। ਇਹ ਸਾਰੀਆਂ ਚੀਜ਼ਾਂ 2-2 ਤਰ੍ਹਾਂ ਦੀਆਂ ਨੇ। ਮੋਹ ਨਾ ਮਨ ਸਿਉ ਲਿਆਵੈ, ਮਹਾਰਾਜ ਕਹਿੰਦੇ ਮੋਹ ਨਾ ਮਨ ਦੇ ਵਿੱਚ ਲਿਆਵੇ। ਆ ਤਾਂ ਜਾਂਦਾ ਮੋਹ। ਬੜੇ ਬੜੇ ਵਿਸ਼ਿਸ਼ਟ ਮੁਨੀ ਵਰਗੇ, ਵਿਆਸ ਮੁਨੀ ਵਰਗੇ, ਦਸ਼ਰਥ ਜੀ ਵਰਗੇ, ਰਾਮਚੰਦਰ ਜੀ ਦਾ ਮੋਹ ਆਇਆ। ਜਦ ਤੱਕ ਰਾਮਚੰਦਰ ਜੀ ਦੇਖਦੇ ਰਹੇ, ਮਹਿਲਾਂ ਤੇ ਖੜ ਕੇ ਦੇਖਦੇ ਰਹੇ। ਜਾਂ ਰਾਮਚੰਦਰ ਜੀ ਦਿਸਣੋਂ ਹਟ ਗਏ, ਮਹਿਲਾਂ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦਸ਼ਰਥ ਨੇ, ਮੋਹ ਕਰਕੇ। ਵਿਆਸ ਜੀ ਦੇ ਪੁੱਤਰ ਮਰ ਗਏ, ਵਿਆਸ ਜੀ ਨੇ ਵੀ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਪਰ ਮਰੇ ਨਹੀਂ। ਵਸ਼ਿਸ਼ਟ ਮੁਨੀ ਨੇ ਵੀ ਯਤਨ ਕੀਤਾ। ਮੋਹ ਕਰਕੇ ਸਾਰੇ ਕਰਦੇ ਨੇ, ਪਰ ਮਹਾਰਾਜ ਨੇ ਜੇ ਲਿਖਣ ਤੋਂ ਪਹਿਲਾਂ ਕਰਕੇ ਦਿਖਾਇਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੋਹ ਨਹੀਂ ਕੀਤਾ। ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ। ਇਹ ਠੀਕ ਆ, ਉਹ ਆਪਣਾ ਖਾਲਸਾ ਹੈ, ਕਿਤੇ ਨਹੀਂ ਗਏ, ਸਾਡੇ ਕੋਲ ਹੀ ਆ ਗਏ ਨੇ, ਪਰ ਮੋਹ ਨਾ ਮਨ ਸਿਉ ਲਿਆਵੇ। ਜੇ ਬੰਦਾ ਇੰਨੇ ਕਰਮ ਸਹੀ ਕਰ ਜਾਵੇ, ਤਬ ਹੀ ਆਤਮ ਤਤ ਕੋ ਦਰਸੇ। ਆਤਮ ਤਤ ਜੋ ਆਪਣੇ ਸਰੂਪ ਦਾ ਦਰਸ਼ਨ ਕਰ ਲੈਂਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਦਸਮ ਦੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥੋੜਾ ਥੋੜਾ ਫਰਕ ਹੈ ਮਹਾਰਾਜ, ਕਿਉਂਕਿ 10ਵੇਂ ਪਾਤਸ਼ਾਹ ਇੱਕ ਤੇ ਬਹੁਤਾ ਪਟਨਾ ਸਾਹਿਬ ਵੱਲ ਵੀ ਰਹੇ ਨੇ, ਇੱਕ ਤੇ ਬੋਲੀ ਮਹਾਰਾਜ ਨੇ ਲਗਭਗ ਉਹਨੇ ਬ੍ਰਿਜ ਭਾਸ਼ਾ ਨੂੰ ਕਾਫੀ ਵਰਤਿਆ, ਸੰਸਕ੍ਰਿਤ ਨੂੰ ਕਾਫੀ ਵਰਤਿਆ ਮਹਾਰਾਜ ਨੇ। ਇੱਥੇ ਚਾਹੀਦਾ ਤੁਸੀਂ ਪਰਮ ਪੁਰਖ ਕਹੋ ਪਾਵੈ, ਕਉ ਪਾਵੈ, ਪਰ ਹੁਣ ਇੱਥੇ ਤਾਂ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਪਰਮ ਪੁਰਖ ਕਹਿ ਪਾਵੈ, ਕੱਕਾ ਤੇ ਹਾਹਾ ਮੁਕਤਾ ਹੀ ਲਿਖਿਆ ਹੋਇਆ। ਭਾਵ ਇੱਥੇ ਪਰਮ ਪੁਰਖ ਕਉ ਪਾਵੈ, ਕਹਿ ਦਾ ਅਰਥ ਹੀ ਕਉ ਹੈ। ਮਹਾਰਾਜ ਕਹਿੰਦੇ ਪਰਮ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਉਹ ਜੀਵ ਜਿਹੜਾ ਆਤਮ ਤਤ ਦੇ ਦਰਸ਼ਨ ਕਰਦਾ। ਇੰਨੇ ਸਾਰੇ ਪਿੱਛੇ ਦੱਸੇ ਅਸੂਲਾਂ ਨੂੰ ਨਿਭਾਵੇ। ਜਿਹੜਾ ਅਸੂਲ ਨਿਭਾਉਣੇ ਔਖੇ ਨਹੀਂ, ਆਪਣਾ ਮਨ ਬਣਾਓ। ਜੇ ਮਨ ਬਣਾ ਲਈਏ ਤਾਂ ਆਪਾਂ ਅਸੂਲ ਨਿਭਾ ਵੀ ਸਕਦੇ ਹਾਂ। ਮਹਾਰਾਜ ਇੰਨੇ ਅਸੂਲ ਨਿਭਾਉਣੇ ਔਖੇ ਹੈ। ਮਹਾਰਾਜ ਕਹਿੰਦੇ ਇਹ ਤਾਂ ਮੈਂ ਤੈਨੂੰ ਵੈਸੇ ਹੀ ਦੱਸੇ ਨੇ, ਕਰਾਵਾਂਗਾ ਤਾਂ ਮੈਂ ਤੈਨੂੰ ਖੁਦ ਹੀ ਕਰਾਵਾਂਗਾ ਸਾਰਾ ਕੁਛ। ਬਸ ਤੈਨੂੰ ਮੈਂ ਹੋਰ ਕੁਛ ਨਹੀਂ ਕਹਿੰਦਾ, ਤੈਨੂੰ ਇੱਕੋ ਗੱਲ ਕਹੀ, ਸਿਮਰਨ ਕਰੀ ਜਾ। ਇਹ ਸਾਰਾ ਕੁਝ ਸਿਮਰਨ ਦੇ ਵਿੱਚੋਂ ਪ੍ਰਗਟ ਹੋ ਜਾਣਾ। ਜਿੰਨਾ ਕੁਝ ਤੈਨੂੰ ਕਿਹਾ ਨਾ, ਜੇ ਤੂੰ ਸਿਮਰਨ ਕਰੇਗਾ, ਸੰਨਿਆਸਾ ਵੀ ਹੋ ਜਾਏਗਾ, ਉਦਾਸਾ ਵੀ ਹੋ ਜਾਏਗਾ, ਜਾਤ ਵੀ ਆ ਜਾਵੇਗਾ, ਮੱਜਨ ਵੀ ਹੋ ਜਾਵੇਗਾ, ਨੇਮ ਵੀ ਬਣ ਜਾਵੇਗਾ, ਗਿਆਨ ਵੀ ਹੋ ਜਾਏਗਾ, ਵਿਭੂਤੀ ਵੀ ਲੱਗ ਜਾਏਗੀ, ਥੋੜਾ ਵੀ ਖਾਣ ਲੱਗ ਜਾਏਗਾ, ਥੋੜਾ ਸੌਣ ਵੀ ਲੱਗ ਜਾਏਗਾ, ਦਇਆ ਵੀ ਤੇਰੇ 'ਚ ਆ ਜਾਵੇਗੀ, ਛਿਮਾ ਵੀ, ਸੀਲ ਸੰਤੋਖ ਵੀ ਆ ਜਾਵੇਗਾ, 3 ਗੁਣਾ ਤੋਂ ਅਤੀਤ ਵੀ ਹੋ ਜਾਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਵੇਗਾ।
बस एक काम कर ले, वाहे गुरु वाहे गुरु। वाहे गुरु वाहे